Hello students, welcome to our YouTube channel. I am Jasprit Kaur from ITM Services. ITM Services have planned the online classes for the student in this epidemic situation. Now you can achieve your desired goal by joining these classes. Moreover, you all know that coronavirus has spread all over the world, so please stay at home and be safe. So let's start the video. Today we will discuss about the first chapter of physics of class 11th. The name of the chapter is physical word and measurement. So chapter ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਇਹ ਦੇਖ ਲੈਂਦੇ ਆ ਕਿ ਸਾਇੰਸ ਕੀ ਹੁੰਦੀ ਆ। ਸੋ ਸਾਇੰਸ ਜਿਹੜੀ ਹੈਗੀ ਆ ਉਹ ਇੱਕ ਲੈਟਿਨ ਵਰਡ ਸਾਇੰਟੀਆ ਤੋਂ ਬਣੀ ਆ ਜਿਹਦਾ ਮਤਲਬ ਹੈਗਾ ਹੈ ਨੌਲੇਜ ਟੂ ਨੋ। ਸੋ ਸਾਇੰਸ ਦੇ ਵਿੱਚ ਅਸੀਂ ਸਟੱਡੀ ਕਰਦੇ ਹਾਂ ਸਾਰੇ ਫਿਜ਼ੀਕਲ ਵਰਡ ਦੀ ਔਰ ਨੈਚੁਰਲ ਲਾਜ਼ ਦੀ। ਕਿਸ ਤਰ੍ਹਾਂ ਸਟੱਡੀ ਕਰਦੇ ਹਾਂ ਅਸੀਂ ਪਹਿਲਾਂ ਉਹਨੂੰ ਅਬਜ਼ਰਵ ਕਰਦੇ ਹਾਂ। ਸੋ ਅਬਜ਼ਰਵ ਕਰਨ ਤੋਂ ਬਾਅਦ ਅਸੀਂ ਉਹਨੂੰ ਕੀ ਕਰਦੇ ਹਾਂ ਐਨਾਲਾਈਜ਼ ਕਰਦੇ ਹਾਂ, ਉਹਦੇ ਉੱਤੇ ਐਕਸਪੈਰੀਮੈਂਟਸ ਕਰਦੇ ਹਾਂ, ਫਿਰ ਉਹਦੀਆਂ ਕੈਲਕੂਲੇਸ਼ਨਸ ਜਿਹੜੀਆਂ ਹੈਗੀਆਂ ਕਰਦੇ ਹਾਂ। ਕੈਲਕੂਲੇਸ਼ਨ ਕਰਨ ਤੋਂ ਬਾਅਦ ਅਸੀਂ ਉਹਦਾ ਐਕੂਰੇਟ ਰਿਜ਼ਲਟ ਜਿਹੜਾ ਹੈਗਾ ਹੈ ਫਾਈਂਡ ਆਊਟ ਕਰਦੇ ਹਾਂ ਅਤੇ ਫਿਰ ਸਾਡੇ ਕੋਲ ਰਿਜ਼ਲਟ ਜਿਹੜਾ ਹੈਗਾ ਆ ਜਾਂਦਾ ਹੈ। ਸੋ ਨੈਕਸਟ ਅਸੀਂ ਪੜ੍ਹਾਂਗੇ ਫਿਜ਼ਿਕਸ ਕੀ ਹੁੰਦੀ ਹੈ। ਫਿਜ਼ਿਕਸ ਇੱਕ ਗ੍ਰੀਕ ਵਰਡ ਫਿਊਜ਼ਿਸ ਤੋਂ ਬਣਿਆ ਹੋਇਆ ਜਿਹਦਾ ਮਤਲਬ ਹੁੰਦਾ ਹੈ ਨੇਚਰ। ਸੋ ਇਹ ਤੋਂ ਸਾਨੂੰ ਪਤਾ ਲੱਗ ਗਿਆ ਕਿ ਫਿਜ਼ਿਕਸ ਜਿਹੜਾ ਹੈਗਾ ਹੈ ਉਹਦੇ ਵਿੱਚ ਅਸੀਂ ਨੇਚਰ ਅਤੇ ਨੈਚੁਰਲ ਫਿਨੋਮੀਨਾਸ ਬਾਰੇ ਪੜ੍ਹਾਂਗੇ। ਜਿਸ ਤਰ੍ਹਾਂ ਜੋ ਵੀ ਨੇਚਰ ਦੁਆਰਾ ਹੋ ਰਿਹਾ, ਨੇਚਰ ਦੁਆਰਾ ਕੀ ਹੈ, ਜਿੱਦਾਂ ਫਲੱਡ ਆ ਰਹੇ, ਹੜ੍ਹ ਆ ਰਹੇ ਆ, ਹਵਾ ਚੱਲ ਰਹੀ ਹੈ, ਇਹ ਸਭ ਕੀ ਹੈਗਾ ਹੈ ਫਿਜ਼ਿਕਸ ਆ। ਮੇਰੀ ਆਵਾਜ਼ ਤੁਹਾਡੇ ਕੋਲ ਪਹੁੰਚ ਰਹੀ ਹੈ, ਇਹ ਕੀ ਹੈ ਫਿਜ਼ਿਕਸ ਆ। ਲਾਈਟਨਿੰਗ ਹੋ ਰਹੀ ਆ, ਇਹ ਕੀ ਹੈ ਫਿਜ਼ਿਕਸ ਆ। ਫੈਨ ਚੱਲ ਰਹੇ ਆ, ਇਹ ਕੀ ਆ ਫਿਜ਼ਿਕਸ ਆ। TV ਦੇ ਵਿੱਚ ਕੁਛ ਟੈਲੀਕਾਸਟ ਹੋ ਰਿਹਾ ਹੈ, ਉਹ ਕੀ ਆ ਫਿਜ਼ਿਕਸ ਹੈਗੀ ਆ। ਸਨ ਦੇ ਆਲੇ ਦੁਆਲੇ ਪਲੈਨਟਸ ਜਿਹੜੀ ਹੈਗੀ ਆ ਰਿਵੋਲਵ ਕਰ ਰਹੇ ਆ, ਉਹ ਕੀ ਆ ਫਿਜ਼ਿਕਸ ਆ। ਸੋ ਆਲ ਅਰਾਊਂਡ ਦਾ ਵਰਲਡ ਮੋਸਟ ਆਫ ਕੇਸਿਸ ਦੇ ਵਿੱਚ ਤੁਸੀਂ ਦੇਖੋਗੇ ਕਿ ਫਿਜ਼ਿਕਸ ਜਿਹੜੀ ਹੈਗੀ ਆ ਤੁਹਾਡੇ ਆਲੇ ਦੁਆਲੇ ਯੂਜ਼ ਹੋ ਰਹੀ ਆ। ਸੋ ਨੈਕਸਟ ਅਸੀਂ ਕਰਦੇ ਹਾਂ ਕਿ ਫਿਜ਼ਿਕਸ ਦੇ ਵਿੱਚ ਮੈਥਸ ਦਾ ਕੀ ਕੰਮ ਆ। ਹੁਣ ਦੇਖੋ ਮੈਥਸ ਤੋਂ ਬਿਨਾਂ ਫਿਜ਼ਿਕਸ ਕਰਨਾ ਇੰਪੋਸੀਬਲ ਆ। ਬਿਨਾਂ ਮੈਥਸ ਦੇ ਤੁਸੀਂ ਫਿਜ਼ਿਕਸ ਨਹੀਂ ਕਰ ਸਕਦੇ। ਸੋ ਜਿਹੜੇ ਸਟੂਡੈਂਟਸ ਨੇ ਮੈਥਸ ਨਹੀਂ ਰੱਖਿਆ ਹੋਇਆ ਉਹਨੂੰ ਫਿਜ਼ਿਕਸ ਸਮਝਣ 'ਚ ਥੋੜ੍ਹੀ ਪ੍ਰੋਬਲਮ ਆਏਗੀ। ਸੋ ਅਗਰ ਤੁਸੀਂ ਟੋਪਿਕ ਜਿਹੜੇ ਹੈਗੇ ਆ ਸੀਰੀਅਲ ਵਾਈਜ਼ ਦੇਖਦੇ ਰਹੋਗੇ ਅਤੇ ਆਈ ਐਮ ਸ਼ੋਰ ਕਿ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਆਏਗੀ। ਸੋ ਮੈਥਸ ਜਿਹੜਾ ਹੈਗਾ ਹੈ ਉਹ ਇੰਪੋਰਟੈਂਟ ਰੋਲ ਜਿਹੜਾ ਹੈਗਾ ਪਲੇ ਕਰਦਾ ਹੈ ਫਿਜ਼ਿਕਸ ਦੇ ਵਿੱਚ। ਮੈਥੇਮੈਟਿਕਸ ਜਿਹੜੀ ਇਹੋ ਜਿਹੀ ਲੈਂਗੁਏਜ ਹੈ ਜਿਹੜੀ ਫਿਜ਼ਿਕਸ ਨੂੰ ਡਿਲੀਵਰ ਕਰਨ ਦੇ ਵਿੱਚ ਹੈਲਪ ਕਰਦੀ ਹੈ। ਸੋ ਅਗਰ ਅਸੀਂ ਫਿਜ਼ਿਕਸ ਦੇ ਵਿੱਚ ਕੋਈ ਫਾਰਮੂਲਾ ਡਰਾਈਵ ਕਰਨਾ ਹੈ ਤਾਂ ਬਿਨਾਂ ਮੈਥਸ ਦੇ ਅਸੀਂ ਫਾਰਮੂਲਾ ਡਰਾਈਵ ਨਹੀਂ ਕਰ ਸਕਦੇ। ਸੋ ਮੈਥਸ ਜਿਹੜਾ ਹੈਗਾ ਹੈ ਉਹਦਾ ਇੰਪੋਰਟੈਂਟ ਰੋਲ ਆ ਫਿਜ਼ਿਕਸ ਦੇ ਵਿੱਚ। ਨੈਕਸਟ ਤੁਹਾਡਾ ਹੈਗਾ ਹੈ ਲਾਜ਼ ਜਿਹੜੀ ਹੈਗੀ ਹੈ ਯੂਨੀਵਰਸਲ ਹੈ। ਫਿਜ਼ਿਕਸ ਦੇ ਵਿੱਚ ਜਿੰਨੇ ਵੀ ਲਾਜ਼ ਬਣਨਗੇ ਉਹ ਸਾਰੇ ਯੂਨੀਵਰਸਲ ਆ। ਇਹ ਨਹੀਂ ਆ ਕਿ ਇੰਡੀਆ ਦੇ ਵਿੱਚ ਗ੍ਰੈਵੀਟੇਸ਼ਨ ਦਾ ਲਾਅ ਅਲੱਗ ਆ ਅਤੇ ਅਗਰ ਅਸੀਂ ਅਮੈਰੀਕਾ ਚਲ ਜਾਂਦੇ ਹਾਂ ਅਤੇ ਉੱਥੇ ਤੁਹਾਡਾ ਜਿਹੜਾ ਲੌਗ ਹੈਗਾ ਹੈ ਉਹਦੇ ਰੂਲ ਜਿਹੜੇ ਹੈਗੇ ਆ ਅਲੱਗ ਹੋ ਜਾਣਗੇ। ਇੱਦਾਂ ਨਹੀਂ ਆ, ਲਾਅ ਜਿਹੜੀ ਹੈਗੀ ਯੂਨੀਵਰਸਲ ਆ। ਜਿੱਥੇ ਮਰਜ਼ੀ ਚਲੇ ਜਾਓ ਜੋ ਰੂਲ ਜਿਹੜੇ ਹੈਗੇ ਤੁਸੀਂ ਇੱਥੇ ਪੜ੍ਹਨੇ ਆ ਉਹੀ ਤੁਸੀਂ ਜਿਹੜੇ ਹੈਗੇ ਆ ਅਗਰ ਤੁਸੀਂ ਫੋਰਨ ਕੰਟਰੀ ਜਾਂਦੇ ਹੋ ਉਹੀ ਰੂਲ ਜਿਹੜੇ ਹੈਗੇ ਆ ਤੁਸੀਂ ਉੱਥੇ ਪੜ੍ਹੋਗੇ। ਸੋ ਲਾਜ਼ ਜਿਹੜੀ ਹੈਗੀ ਆ ਤੁਹਾਡੇ ਯੂਨੀਵਰਸਲ ਹੈਗੇ ਆ। ਬਟ ਕਨਸੈਪਟਸ ਜਿਹੜੀ ਹੈਗੀ ਆ ਐਵਰਡਾਇਨਾਮਿਕ ਦਾ ਮਤਲਬ ਹੈਗਾ ਹੈ ਕਿ ਉਹ ਕੀ ਆ ਤੁਹਾਡੇ ਜਿਹੜੇ ਕਨਸੈਪਟਸ ਹੈਗੇ ਆ ਉਹ ਕਦੀ ਸਟੈਟਿਕ ਜਾਂ ਕੌਂਸਟੈਂਟ ਨਹੀਂ ਰਹਿ ਸਕਦੇ। ਮਤਲਬ ਹੋ ਸਕਦਾ ਹੈ ਕਿ ਉਹ ਚੇਂਜ ਹੋ ਜਾਣ ਅੱਗੇ ਜਾ ਕੇ। ਸੋ ਇਹਦੇ ਵਿੱਚ ਕੀ ਆ ਅਗਰ ਇਹ ਚੇਂਜ ਹੁੰਦੇ ਆ ਤਾਂ ਇਟ ਮੀਨਸ ਤੁਹਾਡੀ ਸਾਰੀ ਦੀ ਸਾਰੀ ਜਿਹੜੀ ਥਿਊਰੀ ਹੈਗੀ ਆ ਉਹ ਕੀ ਹੋ ਜਾਏਗੀ ਚੇਂਜ ਹੋ ਜਾਏਗੀ। ਜਿੱਦਾਂ ਤੁਸੀਂ ਸੁਣਿਆ ਹੋਏਗਾ ਪਿੱਛੇ ਜੇ ਬੋਲਿਆ ਸੀ ਇਹਨਾਂ ਨੇ ਕਿ ਜਿਹੜਾ ਪਲੂਟੋ ਹੈਗਾ ਹੈ ਉਹ ਇੱਕ ਪਲੈਨਟ ਨਹੀਂ ਹੈਗਾ, ਉਹ ਡਿਫਾਲਟ ਪਲੈਨਟ ਹੈਗਾ ਹੈ। ਸੋ ਇਹਦਾ ਮਤਲਬ ਕੀ ਅਗਰ ਉਹ ਡਿਫਾਲਟ ਪਲੈਨਟ ਹੋਇਆ ਤਾਂ ਇਟ ਮੀਨਸ ਉਹਦੀ ਸਾਰੀ ਦੀ ਸਾਰੀ ਜਿਹੜੀ ਥਿਊਰੀ ਅਸੀਂ ਪੜ੍ਹੀ ਸੀ ਉਹ ਕੀ ਹੋ ਗਈ ਗਲਤ ਹੋ ਗਈ ਔਰ ਨੈਕਸਟ ਨਵੀਂ ਥਿਊਰੀ ਜਿਹੜੀ ਹੈਗੀ ਸੀ ਅਸੀਂ ਉਹਦੀ ਪੜ੍ਹਾਂਗੇ। ਸੋ ਬੇਟਾ ਇਹ ਸਾਰੀ ਜਿਹੜੀ ਹੈਗੀ ਆ ਬੇਸਿਕ ਕਨਸੈਪਟ ਹੈਗੇ ਆ ਫਿਜ਼ਿਕਸ ਸ਼ੁਰੂ ਕਰਨ ਤੋਂ ਪਹਿਲਾਂ। ਸਾਇੰਸ ਦਾ ਜਿਹੜਾ ਹੈਗਾ ਇੱਕ ਪਾਰਟ ਹੈਗਾ ਫਿਜ਼ਿਕਸ, ਉਹਨੂੰ ਸ਼ੁਰੂ ਕਰਨ ਤੋਂ ਪਹਿਲਾਂ ਇਹ ਸਾਰੇ ਬੇਸਿਕ ਕਨਸੈਪਟ ਪਤਾ ਹੋਣਾ ਚਾਹੀਦਾ ਕਿ ਸਾਇੰਸ ਕੀ ਹੈਗੀ ਆ,
ਫਿਜ਼ਿਕਸ ਕੀ ਆ, ਉਹਦੇ ਵਿੱਚ ਅਸੀਂ ਕੀ ਪੜ੍ਹਨਾ ਹੈ, ਮੈਥਸ ਦਾ ਉਹਦੇ ਵਿੱਚ ਕੀ ਰੋਲ ਹੈਗਾ, ਅਤੇ ਜਿਹੜੇ ਲਾਅ ਹੈਗੇ ਆ ਉਹ ਕੀ ਹੈ, ਯੂਨੀਵਰਸਲ ਹੈ ਕਿ ਨਹੀਂ ਹੈ, ਜਿਹੜੇ ਕਨਸੈਪਟ ਆ ਕਦੀ ਚੇਂਜ ਹੋ ਵੀ ਸਕਦੇ ਆ ਕਿ ਨਹੀਂ ਹੋ ਸਕਦੇ। ਸੋ ਇਹਨਾਂ ਬਾਰੇ ਨੌਲੇਜ ਹੋਣਾ ਬਹੁਤ ਹੀ ਜ਼ਰੂਰੀ ਆ। ਸੋ ਨੈਕਸਟ ਅਸੀਂ ਟੌਪਿਕ ਕਰਾਂਗੇ ਬ੍ਰਾਂਚਿਸ ਆਫ ਫਿਜ਼ਿਕਸ। ਸੋ ਬ੍ਰਾਂਚਿਸ ਆਫ ਫਿਜ਼ਿਕਸ ਦੇ ਵਿੱਚ ਆਪਾਂ ਦੇਖਦੇ ਹਾਂ, ਸੋ ਬ੍ਰਾਂਚਿਸ ਆਫ ਫਿਜ਼ਿਕਸ ਦੇ ਵਿੱਚ ਪਹਿਲੀ ਬ੍ਰਾਂਚ ਹੈਗੀ ਕਲਾਸੀਕਲ ਫਿਜ਼ਿਕਸ। ਕਲਾਸੀਕਲ ਫਿਜ਼ਿਕਸ ਕੀ ਹੁੰਦੀ ਆ, ਜਿੱਦਾਂ ਕਲਾਸੀਕਲ ਮਿਊਜ਼ਿਕ ਹੁੰਦਾ ਜੋ ਪ੍ਰਾਚੀਨ ਕਾਲ ਤੋਂ ਆ ਰਹੀ ਆ। ਇਹਦੇ ਵਿੱਚ ਅਸੀਂ ਪੜ੍ਹਾਂਗੇ ਕਿ ਕਲਾਸੀਕਲ ਫਿਜ਼ਿਕਸ ਦੇ ਵਿੱਚ ਤੁਸੀਂ ਮੈਕਰੋਸਕੋਪਿਕ ਪਾਰਟੀਕਲ ਬਾਰੇ ਗੱਲ ਕਰੋਗੇ। ਮੈਕਰੋਸਕੋਪਿਕ ਪਾਰਟੀਕਲ ਹੁੰਦੇ ਬਿਗ ਆਬਜੈਕਟ, ਵੱਡੇ ਆਬਜੈਕਟ ਬਾਰੇ ਜਿਹੜਾ ਹੈਗਾ ਤੁਸੀਂ ਇਹਦੇ ਵਿੱਚ ਗੱਲ ਕਰਨੀ ਆ। ਸੋ ਕਿੰਨੇ ਟਾਈਪਸ ਦੇ ਹੁੰਦੇ ਆ ਫਿਜ਼ਿਕਸ ਦੀ ਬ੍ਰਾਂਚਿਸ, ਮਕੈਨਿਕਸ, ਥਰਮੋਡਾਇਨਮਿਕਸ, ਇਲੈਕਟ੍ਰੋਡਾਇਨਮਿਕਸ ਐਂਡ ਆਪਟਿਕਸ। ਮਕੈਨਿਕਸ ਦੇ ਵਿੱਚ ਤੁਸੀਂ ਪੜ੍ਹੋਗੇ ਮੋਸ਼ਨ ਬਾਰੇ, ਕਿਸ ਟਾਈਪ ਦੀ ਮੋਸ਼ਨ ਹੋ ਸਕਦੀ ਹੈ, ਕਿਸੇ ਵੀ ਮਸ਼ੀਨ ਦੀ ਮੋਸ਼ਨ ਹੋ ਸਕਦੀ ਆ, ਫਲੂਇਡ ਦੀ ਮੋਸ਼ਨ ਹੋ ਸਕਦੀ ਆ ਅਤੇ ਸਾਊਂਡ ਦੀ ਮੋਸ਼ਨ ਹੋ ਸਕਦੀ ਆ। ਥਰਮੋਡਾਇਨਮਿਕਸ ਦੇ ਵਿੱਚ ਤੁਸੀਂ ਹੀਟ ਬਾਰੇ ਪੜ੍ਹੋਗੇ, ਜਿਸ ਤਰ੍ਹਾਂ ਹੀਟ ਇੰਜਨ ਔਰ ਰੈਫਰੀਜਰੇਟਰ। ਇਲੈਕਟ੍ਰੋਡਾਇਨਮਿਕਸ ਦੇ ਵਿੱਚ ਤੁਸੀਂ ਚਾਰਜ ਬਾਰੇ ਪੜ੍ਹੋਗੇ, ਕਿਸੇ ਵੀ ਟਾਈਪ ਦਾ ਮੈਗਨੇਟ ਦਾ ਚਾਰਜ ਹੋ ਗਿਆ ਜਾਂ ਇਲੈਕਟ੍ਰੋਸਟੈਟਿਕ ਚਾਰਜ ਹੋ ਗਿਆ। ਆਪਟਿਕਸ ਦੇ ਵਿੱਚ ਤੁਸੀਂ ਰਿਫਰੈਕਸ਼ਨ ਆਫ ਲਾਈਟ, ਇੰਟਰਨਲ ਰਿਫਲੈਕਸ਼ਨ ਆਫ ਲਾਈਟ, ਮਾਈਕਰੋਸਕੋਪਸ ਔਰ ਲੈਂਸ ਬਾਰੇ ਪੜ੍ਹੋਗੇ। ਸੋ ਜੋ ਤੁਸੀਂ 11th ਦੇ ਵਿੱਚ ਪੜ੍ਹਨਾ ਹੈ, +1 ਦੇ ਵਿੱਚ ਪੜ੍ਹਨਾ ਹੈ, ਉਹ ਮੋਰ ਦੈਨ 90% ਤੁਹਾਡਾ ਮਕੈਨਿਕਸ ਦੇ ਉੱਪਰ ਬੇਸਡ ਹੋਏਗਾ ਟੌਪਿਕ, ਔਰ ਓਨਲੀ 5 to 6% ਜਿਹੜਾ ਹੈਗਾ ਤੁਸੀਂ ਥਰਮੋਡਾਇਨਮਿਕਸ ਪੜ੍ਹਨਾ ਹੈ। ਇਲੈਕਟ੍ਰੋਡਾਇਨਮਿਕਸ ਔਰ ਆਪਟਿਕਸ ਤੁਸੀਂ ਕਲਾਸ 12th ਦੇ ਵਿੱਚ ਪੜ੍ਹੋਗੇ। ਸੋ ਇਹ ਸੀ ਤੁਹਾਡੀਆਂ ਕਲਾਸੀਕਲ ਫਿਜ਼ਿਕਸ ਦੀਆਂ ਬ੍ਰਾਂਚਿਸ। ਸੋ ਨੈਕਸਟ ਹੈਗਾ ਕੁਆਂਟਮ ਫਿਜ਼ਿਕਸ। ਕੁਆਂਟਮ ਫਿਜ਼ਿਕਸ ਦੇ ਵਿੱਚ ਤੁਸੀਂ ਡੀਲ ਕਰੋਗੇ ਮਾਈਕਰੋਸਕੋਪਿਕ ਪਾਰਟੀਕਲਸ ਦੇ ਨਾਲ। ਇਹਦੇ ਵਿੱਚ ਮਾਈਕਰੋਸਕੋਪਿਕ ਪਾਰਟੀਕਲ ਆਉਣਗੇ। ਮਾਈਕਰੋਸਕੋਪਿਕ ਪਾਰਟੀਕਲ ਹੁੰਦੇ ਆ ਸਮਾਲ ਆਬਜੈਕਟ, ਛੋਟੇ ਆਬਜੈਕਟ ਬਾਰੇ ਗੱਲ ਕਰੋਗੇ, ਜਿੱਦਾਂ ਐਟਮ ਹੋ ਗਿਆ, ਨਿਊਕਲਾਈ ਹੋ ਗਿਆ ਐਂਡ ਸੋ ਔਨ। ਸੋ ਕਲਾਸੀਕਲ ਫਿਜ਼ਿਕਸ ਦੇ ਵਿੱਚ ਮੈਕਰੋਸਕੋਪਿਕ ਪਾਰਟੀਕਲਸ ਬਾਰੇ ਗੱਲ ਕਰਨੀ ਆ, ਔਰ ਕੁਆਂਟਮ ਫਿਜ਼ਿਕਸ ਦੇ ਵਿੱਚ ਤੁਸੀਂ ਮਾਈਕਰੋਸਕੋਪਿਕ ਪਾਰਟੀਕਲ ਬਾਰੇ ਗੱਲ ਕਰੋਗੇ। ਸੋ ਇਹ ਸੀ ਕੁਛ ਬੇਸਿਕ ਕਨਸੈਪਟਸ ਜਿਨ੍ਹਾਂ ਦਾ ਤੁਹਾਨੂੰ ਪਤਾ ਹੋਣਾ ਜ਼ਰੂਰੀ ਸੀ। ਸੋ ਥੈਂਕ ਯੂ ਫॉर ਵਾਚਿੰਗ ਦਿਸ ਵੀਡੀਓ।